ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਸਭ ਤੋਂ ਮਹੱਤਵਪੂਰਨ ਮੁੱਦਾ ਜਿਹੜਾ ਇਕੱਲੇ ਅਮਰੀਕਾ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਔਰ ਜਿਹਦੇ ਉੱਤੇ ਪੂਰੀ ਦੁਨੀਆ ਦੀ ਸਿਆਸਤ ਟਿਕੀ ਹੈ ਇਸ ਵੇਲੇ, ਉਹ ਰਾਸ਼ਟਰਪਤੀ ਜੋ ਬਾਈਡਨ ਦਾ ਯੂਕਰੇਨ ਦਾ ਦੌਰਾ। ਉਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਮਾਮਲਾ ਕੀ ਆ, ਇਹਦੇ ਬਾਰੇ ਕੀ ਇਸ ਵੇਲੇ ਅਪਡੇਟ ਆ ਤੇ ਭਵਿੱਖ ਦੇ ਵਿੱਚ ਕੀ ਹੋਣਾ ਆ। ਅਮਰੀਕਾ ਦੇ ਵਿੱਚ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਰਿਪੋਰਟ ਆਈ ਹੈ, ਉਹ ਸਾਂਝੀ ਕਰਨੀ ਹੈ। ਜਰਮਨੀ ਨੇ ਏਡਜ਼ ਦਾ ਇਲਾਜ ਇੱਕ ਵੱਖਰੇ ਢੰਗ ਨਾਲ ਕੀਤਾ, ਉਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਯੂਕਰੇਨ ਦੀ ਜਿਹੜੀ ਰਾਸ਼ਟਰਪਤੀ ਜੋ ਬਾਈਡਨ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਯੂਕਰੇਨ ਦੇ ਜਿਹੜੀ ਉਹਨਾਂ ਦੀ ਵਿਜ਼ਿਟ ਆ ਉਹਦੇ ਬਾਰੇ। 3 ਦਿਨ ਬਾਅਦ ਪੂਰਾ 1 ਸਾਲ ਹੋ ਜਾਣਾ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ। ਰੂਸ ਤੇ ਯੂਕਰੇਨ ਦਾ ਹਮਲਾ ਰੂਸ ਯੂਕਰੇਨ ਦਾ ਨਹੀਂ ਆ, ਇਹਦੇ ਵਿੱਚ ਸਿੱਧੀ ਪੂਰੀ ਦੁਨੀਆ ਇਨਵੋਲਵ ਆ, ਖਾਸ ਕਰਕੇ ਅਮਰੀਕਾ ਸਿੱਧੇ ਤੌਰ ਦੇ ਉੱਤੇ ਇੱਕ ਤਰੀਕੇ ਦੇ ਨਾਲ ਯੂਕਰੇਨ ਦੇ ਹੱਕ ਵਿੱਚ ਆ। ਇਸ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਥਾਂ ਜਿੱਥੇ ਇਸ ਵੇਲੇ ਲੜਾਈ ਚੱਲ ਰਹੀ ਆ, ਉੱਥੇ ਅਮਰੀਕਾ ਦੇ ਰਾਸ਼ਟਰਪਤੀ ਦਾ ਜਾਣਾ ਇੱਕ ਚੰਬੇ ਵਾਲੀ ਗੱਲ ਆ। ਇਹਦੇ ਬਾਰੇ 24 ਘੰਟੇ ਪਹਿਲਾਂ ਤੱਕ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਸੀ, ਕੋਈ ਖਬਰ ਨਹੀਂ ਸੀ, ਤੇ ਅਚਾਨਕ ਰਾਸ਼ਟਰਪਤੀ ਉੱਥੇ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ, ਵਲਾਦੀਮੀਰ ਜ਼ੈਲੈਂਸਕੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ। ਹੁਣ ਇਹਦਾ ਜਵਾਬ ਰੂਸ ਵੀ ਦੇ ਰਿਹਾ ਵੀ ਤੁਸੀਂ ਬਲਦੀ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਕਰ ਰਹੇ ਆ ਇੱਥੇ ਆ ਕੇ, ਜਾਂ ਇਹਨਾਂ ਦੀ ਸਪੋਰਟ ਕਰਕੇ। ਦੂਜੇ ਪਾਸੇ ਚੀਨ ਦੇ ਕੁਝ ਮੰਤਰੀ ਜਿਹੜੇ ਆ ਉਹ ਰੂਸ ਦੇ ਵਿੱਚ ਵਿਜ਼ਿਟ ਕਰ ਰਹੇ ਆ, ਰੂਸ ਇਸ ਵੇਲੇ ਉਹਨਾਂ ਨੂੰ ਮਿਲਣ ਦੀ ਤਿਆਰੀ ਕਰ ਰਿਹਾ। ਗੱਲ ਬੜੀ ਸਿੱਧੀ ਆ, ਦੁਨੀਆ 2 ਹਿੱਸਿਆਂ ਦੇ ਵਿੱਚ ਸਿੱਧੇ ਤੌਰ 'ਤੇ ਵੰਡੀ ਜਾ ਰਹੀ ਹੈ। ਇੱਕ ਪਾਸੇ ਅਮਰੀਕਾ ਤੇ ਉਹਦੇ ਸਾਥੀ ਜਿਹੜੇ ਯੂਕਰੇਨ ਦੀ ਮਦਦ ਕਰ ਰਹੇ ਆ, ਦੂਜੇ ਪਾਸੇ ਰੂਸ ਤੇ ਚੀਨ, 2 ਵੱਡੇ ਦੇਸ਼ ਜਿਹੜੇ ਲਗਭਗ ਇਸ ਮਾਮਲੇ ਦੇ ਉੱਤੇ ਇੱਕ ਨੇ। ਜਿਹੜੀ ਇਹ ਵਿਜ਼ਿਟ ਆ ਇਹ ਲਗਾਤਾਰ ਚਰਚਾ ਦੇ ਵਿੱਚ, ਔਰ ਲਗਭਗ ਸਾਰੀਆਂ ਅਖਬਾਰਾਂ ਇਹਦੇ ਉੱਤੇ ਗੱਲ ਕਰ ਰਹੀਆਂ। ਯੂਕਰੇਨ ਦੇ ਉੱਤੇ ਰੂਸ ਦੇ ਹਮਲੇ ਨੂੰ ਇਸ ਹਫ਼ਤੇ 1 ਸਾਲ ਪੂਰਾ ਹੋ ਜਾਣਾ। ਇੱਥੇ ਏਰੀਅਲ ਅਟੈਕ ਸਾਇਰਨ ਜਿਹੜੇ ਆ, ਹਵਾਈ ਹਮਲੇ ਦਾ ਅਲਰਟ ਕੋਈ ਨਵੀਂ ਗੱਲ ਨਹੀਂ ਸੀ ਉੱਥੇ ਗੂੰਜਣੇ, ਔਰ ਲਗਾਤਾਰ ਗੂੰਜ ਰਹੇ ਸੀ ਯੂਕਰੇਨ ਦੇ ਵਿੱਚ। ਜਦੋਂ ਉੱਥੇ ਅਚਾਨਕ ਰਾਸ਼ਟਰਪਤੀ ਜੋ ਬਾਈਡਨ ਪਹੁੰਚ ਜਾਂਦੇ, ਪਹਿਲਾਂ ਸੜਕਾਂ ਬਲੌਕ ਕਰ ਲੈਂਦੇ, ਆਮ ਲੋਕਾਂ ਨੂੰ ਉੱਧਰਲੇ ਪਾਸੇ ਜਿਹੜਾ ਕੀਵ ਦਾ ਚਰਚ ਰੋਡ ਆ ਉੱਧਰਲੇ ਪਾਸੇ ਜਾਣ ਦੀ ਮਨਜ਼ੂਰੀ ਨਹੀਂ ਸੀ। ਇਹ ਤੋਂ ਅੰਦਾਜ਼ਾ ਇਹ ਲੱਗ ਗਿਆ ਸੀ ਉੱਥੇ ਲੋਕਾਂ ਨੂੰ ਕਿ ਇੱਥੇ ਕੋਈ VVIP ਆ ਰਿਹਾ, ਪਰ VVIP ਅਮਰੀਕਾ ਦਾ ਰਾਸ਼ਟਰਪਤੀ ਆ ਰਿਹਾ ਇਹ ਨਹੀਂ ਸੀ ਪਤਾ। ਚਰਚ ਗੇਟ ਦੇ ਉੱਤੇ US ਪ੍ਰੈਜ਼ੀਡੈਂਟ ਜੋ ਬਾਈਡਨ ਤੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਉੱਧਰਲੇ ਪਾਸਿਓਂ ਨਜ਼ਰ ਆਉਂਦੇ ਆ। 24 ਘੰਟੇ ਪਹਿਲਾਂ ਤੱਕ ਉੱਥੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ, ਤੇ ਰਾਜਧਾਨੀ ਦੇ ਵਿੱਚ ਜਦੋਂ ਪਹੁੰਚਦੇ ਆ ਉੱਥੇ ਗੱਲਬਾਤ ਕੀਤੀ ਜਾ ਰਹੀ ਹੈ। ਉਹ ਤੋਂ ਪਹਿਲਾਂ ਤੱਕ 1 ਦਿਨ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਦੀ ਪ੍ਰੈਸ ਬਰੀਫਿੰਗ ਜਦੋਂ ਉੱਥੇ ਹੁੰਦੀ ਆ, ਪ੍ਰੈਸ ਬਰੀਫਿੰਗ ਦੇ ਵਿੱਚ ਜਿਹੜੇ ਵਾਈਟ ਹਾਊਸ ਦੇ ਸਪੋਕਸਪਰਸਨ ਆ ਨੇਡ ਪ੍ਰਾਈਸ ਨੂੰ ਸਵਾਲ ਪੁੱਛਿਆ ਇੱਕ ਪੱਤਰਕਾਰ ਨੇ ਕਿ ਪ੍ਰੈਜ਼ੀਡੈਂਟ ਯੂਰਪ ਵਿਜ਼ਿਟ ਦੇ ਉੱਤੇ ਜਾ ਰਹੇ ਆ, ਕੀ ਯੂਰਪ ਵਿਜ਼ਿਟ ਦੌਰਾਨ ਉਹ ਯੂਕਰੇਨ ਜਾਣਗੇ, ਤੇ ਵੀ ਲੜਾਈ ਪੂਰੀ ਹੋਣ ਨੂੰ ਸਾਲ ਹੋਣ ਲੱਗਾ ਆ। ਤਾਂ ਉਸ ਵੇਲੇ ਵਾਈਟ ਹਾਊਸ ਦੇ ਸਪੋਕਸਪਰਸਨ ਨੇ ਕਿਹਾ ਵੀ ਨਹੀਂ, ਉਹ ਯੂਕਰੇਨ ਨਹੀਂ ਜਾਣਗੇ ਉੱਥੇ ਤੱਕ। ਉਹ ਕਹਿੰਦੇ ਯੂਕਰੇਨ ਜਾਣਾ ਨਹੀਂ, ਪਰ ਉਹਨਾਂ ਦੀ ਮਦਦ ਅਸੀਂ ਇਸੇ ਤਰ੍ਹਾਂ ਜਾਰੀ ਰੱਖਣੀ ਹੈ। ਉਹਦੇ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਹੀ ਜਿਹੜੇ ਰਾਸ਼ਟਰਪਤੀ ਨੇ ਉਹ ਤੇ ਜਿਲ ਬਾਈਡਨ ਉਹਨਾਂ ਦੀ ਪਤਨੀ ਵਾਸ਼ਿੰਗਟਨ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਨ ਦੇ ਲਈ ਪਹੁੰਚਦੇ ਆ। 40 ਮਿੰਟ ਕਹਿੰਦੇ ਉੱਥੇ ਬਿਤਾਉਂਦੇ ਆ, ਮਤਲਬ ਵਾਸ਼ਿੰਗਟਨ ਦੇ ਵਿੱਚ ਡਿਨਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਯੂਕਰੇਨ ਦੇ ਵਿੱਚ ਖੜੇ ਨੇ, ਜਿਹਦਾ ਕਿ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ। ਬਾਈਡਨ ਉੱਥੇ ਚੌਪਰ ਦੇ ਵਿੱਚ ਬੈਠਦੇ ਆ ਜਿਹੜਾ 에ਅਰ ਬੇਸ ਦੇ ਵਿੱਚ ਸੀ। ਦੱਸਿਆ ਇਹ ਗਿਆ, ਜਿਹੜੇ ਕੁਝ ਅਖਬਾਰਾਂ ਦੀਆਂ ਖਬਰਾਂ ਇਹ ਦੱਸ ਰਹੀਆਂ ਕਿ ਪ੍ਰੈਜ਼ੀਡੈਂਟ ਦਾ ਆਫੀਸ਼ੀਅਲ ਏਅਰ ਜਿਹੜਾ ਪਲੇਨ 에ਅਰ ਫੋਰਸ ਦੇ ਨਾਲ ਉਹਦਾ ਇੰਤਜ਼ਾਰ ਕਰ ਰਿਹਾ ਸੀ। CNN ਨੇ ਖਬਰ ਦਿੱਤੀ ਆ ਕਿ ਉਹਦੇ ਵਿੱਚ ਕੁਝ ਰਿਪੋਰਟਰ ਵੀ ਸੀਗੇ, ਤੇ ਉਹਨਾਂ ਨੂੰ ਇਲੈਕਟ੍ਰੋਨਿਕ ਡਿਵਾਈਸਿਸ ਕੈਮਰੇ ਆਦਿ ਰੱਖਣ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ, ਤੇ ਮੀਡੀਆ ਕੁਛ ਇਸ ਗੱਲ ਕਰਕੇ ਹੈਰਾਨ ਵੀ ਸੀਗਾ। ਇਹਦੇ ਤੋਂ ਬਾਅਦ 에ਅਰਫੋਰਸ ਉੱਥੋਂ ਟੇਕ ਆਫ ਕਰਦੀ ਆ ਤੇ ਕੁਝ ਘੰਟਿਆਂ ਬਾਅਦ ਹੀ ਪੋਲੈਂਡ ਦੇ ਵਿੱਚ ਲੈਂਡ ਕਰ ਜਾਂਦੇ ਆ। ਬਾਈਡਨ ਦੀ ਮੁਲਾਕਾਤ ਪੋਲੈਂਡ ਦੇ ਪ੍ਰੈਜ਼ੀਡੈਂਟ ਨਾਲ ਹੁੰਦੀ ਆ। 1 ਘੰਟਾ ਉੱਥੇ ਮੀਟਿੰਗ ਚੱਲਦੀ ਆ ਤੇ ਸੀਕ੍ਰੇਸੀ ਇਸ ਹੱਦ ਤੱਕ ਸੀਗੀ ਜਿੱਥੋਂ ਕਿ ਫਿਰ ਉਹਦੇ ਤੋਂ ਬਾਅਦ ਸਿੱਧੇ ਯੂਕਰੇਨ ਦੇ ਵਿੱਚ ਪਹੁੰਚ ਜਾਂਦੇ ਆ। ਰਿਪੋਰਟ ਦੇ ਮੁਤਾਬਕ ਇਹ ਦੌਰਾ ਟੌਪ ਸੀਕ੍ਰੇਟ ਰੱਖਿਆ ਗਿਆ। 2 ਕਾਰਨ ਦੱਸੇ ਗਏ ਸੀ। ਪਹਿਲਾ ਤਾਂ ਯੂਕਰੇਨ ਦੇ ਵਿੱਚ ਜਿੱਥੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰੂਸ ਬੰਬਾਰੀ ਕਰ ਰਿਹਾ ਆ, ਉੱਥੇ ਉਹਨੂੰ ਮਤਲਬ ਐਕਟਿਵ ਵਾਰ ਜ਼ੋਨ ਆ, ਇਸ ਵੇਲੇ ਉੱਥੇ ਲੜਾਈ ਲੱਗੀ ਆ। ਦੂਜਾ, ਜਿਹੜਾ ਡਿਪਲੋਮੈਟਿਕ ਕੇਬਲ ਭੇਜਣ ਦੇ ਬਾਵਜੂਦ ਜਿਹੜੇ ਅਮਰੀਕੀ ਅਫਸਰ ਆ ਉਹਨਾਂ ਨੂੰ ਰੂਸ ਦੇ ਉੱਤੇ ਭਰੋਸਾ ਨਹੀਂ ਸੀ, ਭਾਵੇਂ ਕਿ ਕਿਉਂਕਿ ਉਹਨਾਂ ਦਾ ਉਹਦੇ ਉੱਤੇ ਕੰਟਰੋਲ ਨਹੀਂ ਸੀ। 10 ਰੂਸ ਨੂੰ ਦਿੱਤਾ ਗਿਆ ਸੀ ਵੀ ਅਮਰੀਕਾ ਦੇ ਰਾਸ਼ਟਰਪਤੀ ਇੱਥੇ ਆ ਰਹੇ, ਪਰ 24 ਘੰਟੇ ਪਹਿਲਾਂ ਬਾਈਡਨ ਦੇ ਨਾਲ ਜਦੋਂ ਉਹ ਉੱਥੇ ਰਾਸ਼ਟਰਪਤੀ ਜੋ ਬਾਈਡਨ ਉੱਥੇ ਜਾਂਦੇ ਆ ਤਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ
ਉਹਨਾਂ ਨੇ ਉਹਨਾਂ ਨੂੰ ਜਿਹੜੀ ਭੇਜੀ ਆ ਮੇਲ, ਉਹਦੇ ਵਿੱਚ ਇਹ ਉਹਨਾਂ ਨੂੰ ਇਨਫੋਰਮ ਕੀਤਾ ਗਿਆ। ਤੋ ਜਦੋਂ ਉੱਥੇ ਉਹ ਗਏ ਆ, ਇਸ ਵਿਜ਼ਿਟ ਤੋਂ ਬਾਅਦ ਇੱਕ ਵਾਰੀ ਪੂਰੀ ਦੁਨੀਆ ਦੇ ਵਿੱਚ ਹਲਚਲ ਮਚੀ ਆ। ਇਹਦੇ ਤੋਂ ਬਾਅਦ ਉੱਥੇ ਜਿਹੜਾ ਯੂਕਰੇਨ ਦੇ ਵਿੱਚ ਕੀਵ ਦੇ ਵਿੱਚ ਉੱਥੇ ਜਿਹੜੇ ਵਾਰ ਮੈਮੋਰੀਅਲ ਆ ਉੱਥੇ ਪਹੁੰਚਦੇ ਆ, ਸੜਕਾਂ ਦੇ ਉੱਤੇ ਕੁਝ ਸਮਾਂ ਟਹਿਲਦੇ ਨਜ਼ਰ ਆਏ ਆ। ਜਦੋਂ ਓਬਾਮਾ ਦੇ ਦੌਰ ਦੇ ਵਿੱਚ ਬਾਈਡਨ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਸੀਗੇ, ਉਦੋਂ ਇਹ 6 ਵਾਰ ਯੂਕਰੇਨ ਗਏ ਆ। ਆਖਰੀ ਵਾਰ ਜਨਵਰੀ 2017 ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ, ਉਦੋਂ ਜਿਹੜੇ ਸੀਗੇ ਵਾਈਸ ਪ੍ਰੈਜ਼ੀਡੈਂਟ ਸੀਗੇ, ਉੱਥੇ ਜਾ ਚੁੱਕਿਆ, ਪਰ ਉਸ ਵੇਲੇ ਯੂਕਰੇਨ ਵਾਰ ਜ਼ੋਨ ਨਹੀਂ ਸੀ। ਉਸ ਤੋਂ ਬਾਅਦ ਡੋਨਲਡ ਟਰੰਪ ਹੋਰਾਂ ਦੀ ਹਕੂਮਤ ਆ ਗਈ। ਟਰੰਪ ਦੇ ਜਿਹੜੇ ਡਿਪਟੀ ਸੀਗੇ ਪੈਂਸ, ਉਹ ਕਦੇ ਯੂਕਰੇਨ ਨਹੀਂ ਸੀ ਗਏ। ਸੋ ਇਹ ਵਿਜ਼ਿਟ ਬਹੁਤ ਜਿਹੜੀ ਇੱਕ ਮਹੱਤਵਪੂਰਨ ਵਿਜ਼ਿਟ ਦੱਸੀ ਜਾ ਰਹੀ ਹੈ। USA ਟੂਡੇ ਦੀ ਰਿਪੋਰਟ ਦੇ ਮੁਤਾਬਕ ਜ਼ੈਲੈਂਸਕੀ ਨੇ ਕਰੀਬ 1 ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਇੱਥੇ ਆਉਣ ਦੇ ਲਈ ਸੱਦਾ ਦਿੱਤਾ ਸੀ। ਜਦੋਂ ਬਾਈਡਨ ਉੱਥੇ ਨਹੀਂ ਗਏ ਤਾਂ ਖੁਦ ਜ਼ੈਲੈਂਸਕੀ ਵਾਸ਼ਿੰਗਟਨ ਦੇ ਵਿੱਚ ਆਏ ਸੀ। ਉਹਨਾਂ ਦੀ ਜਿਹੜੀ ਸੰਸਦ ਨੂੰ ਸੰਬੋਧਨ ਵੀ ਕੀਤਾ ਸੀ, ਔਰ ਉਹਨਾਂ ਦੀ ਵੀ ਜਿਹੜੀ ਵਿਜ਼ਿਟ ਸੀਗੀ ਉਹ ਉਸ ਵੇਲੇ ਅਚਾਨਕ ਦੱਸੀ ਗਈ ਸੀ। ਸੋ ਹੁਣ ਸਿੱਧਾ ਉੱਥੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ। 5 ਘੰਟੇ ਕੀਵ ਦੇ ਵਿੱਚ ਰੁਕੇ ਆ ਜ਼ੈਲੈਂਸਕੀ ਦੇ ਨਾਲ, ਫਿਰ ਸੇਂਟ ਮਾਈਕਲ ਚਰਚ ਗਏ ਆ ਤੇ ਉੱਥੇ 5 ਮਿੰਟ ਰੁਕੇ ਆ ਦੱਸਦੇ ਇਹ। ਤੇ ਨਿਊਯਾਰਕ ਟਾਈਮ ਦੇ ਮੁਤਾਬਕ ਐਤਵਾਰ ਨੂੰ ਦੇਰ ਰਾਤ ਵਾਈਟ ਹਾਊਸ ਨੇ ਰੂਸ ਨੂੰ ਅਫੀਸ਼ੀਅਲੀ ਕੇਬਲ, ਜਿਹੜਾ ਡਿਪਲੋਮੈਟਿਕ ਨੋਟ ਹੁੰਦਾ, ਉਹਦੇ ਥਰੂ ਦੱਸ ਦਿੱਤਾ ਸੀ ਕਿ ਜਿਹੜੀ ਇਹਨਾਂ ਦੀ ਵਿਜ਼ਿਟ ਆ ਉੱਥੇ ਆ ਰਹੀ ਆ। ਨਿਊਯਾਰਕ ਟਾਈਮ ਦੇ ਮੁਤਾਬਕ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਬਾਈਡਨ ਦੀ ਯੂਕਰੇਨ ਵਿਜ਼ਿਟ ਦਾ ਆਖਰੀ ਫੈਸਲਾ ਸ਼ੁੱਕਰਵਾਰ ਰਾਤ ਨੂੰ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਲਿੱਤਾ ਗਿਆ ਸੀ ਤੇ ਉੱਥੇ ਇਹਦੀ ਵਿਚਾਰ ਚਰਚਾ ਚੱਲ ਰਹੀ ਸੀ। ਹੁਣ ਸਾਲ ਇੱਕ ਪੂਰਾ ਹੋਣ ਦੀ ਜਾਂ ਤਾਂ ਆਸ ਕਰ ਰਹੇ ਸੀ ਲੋਕ ਕਿ 24 ਤਰੀਕ ਨੂੰ ਇਹ ਉੱਥੇ ਜਾਣਗੇ, ਪਰ ਉਹਦੇ ਤੋਂ 4 ਦਿਨ ਪਹਿਲਾਂ ਇਹਨਾਂ ਦਾ ਉੱਥੇ ਜਾਣਾ, ਵਾਰ ਏਰੀਆ ਦੇ ਵਿੱਚ US ਪ੍ਰੈਜ਼ੀਡੈਂਟ ਦਾ ਜਾਣਾ ਬਹੁਤ ਹੈਰਾਨੀ ਵਾਲੀ ਗੱਲ ਆ। ਔਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਆ ਕਿ ਅਮਰੀਕਾ ਨੇ ਜਿਨ੍ਹਾਂ ਦੇਸ਼ਾਂ ਦੀ ਸਪੋਰਟ ਕੀਤੀ ਆ, ਉਹਨਾਂ ਦੇ ਨਾਲ ਸਿਰਫ ਮਦਦ ਲਈ ਨਹੀਂ ਖੜੇ ਹੋਏ, ਮਤਲਬ ਉੱਥੇ ਆਪ ਵੀ ਗਏ ਆ। ਔਰ ਇਹ ਪਹਿਲਾਂ ਇੱਥੇ ਕਰਵਾਇਤ ਆ ਕਿ ਜਦੋਂ ਉੱਥੇ ਲੜਾਈ ਵਾਲੀ ਜਗ੍ਹਾ ਹੁੰਦੀ ਹੈ, ਇਹਨਾਂ ਦੇ ਪ੍ਰੈਜ਼ੀਡੈਂਟ ਉੱਥੇ ਜਾਂਦੇ ਆ। 2003 ਦੇ ਵਿੱਚ ਜਿਹੜੇ ਉਸ ਵੇਲੇ ਪ੍ਰੈਜ਼ੀਡੈਂਟ ਸੀਗੇ ਜਾਰਜ ਬੁਸ਼, ਕ੍ਰਿਸਮਸ ਦੇ ਮੌਕੇ ਦੇ ਉੱਤੇ ਇਰਾਕ ਪਹੁੰਚੇ ਸੀ। ਸਿਕਿਉਰਿਟੀ ਯੂਨਿਟ ਨੇ ਇਜਾਜ਼ਤ ਨਹੀਂ ਸੀ ਦਿੱਤੀ ਉਸ ਵੇਲੇ ਰਾਸ਼ਟਰਪਤੀ ਬੁਸ਼ ਨੂੰ ਕਿ ਤੁਸੀਂ ਉੱਥੇ ਜਾਓ, ਪਰ ਫਿਰ ਵੀ ਉੱਥੇ ਗਏ ਸੀ ਇਹ ਦੱਸਣ ਦੇ ਲਈ ਕਿ ਅਸੀਂ ਜਿਹਦੇ ਨਾਲ ਹੈਗੇ ਆ ਉਹਦੇ ਨਾਲ ਹੈਗੇ ਆ। 2010 ਦੇ ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀਗੇ ਅਫਗਾਨਿਸਤਾਨੀ ਰਾਜਧਾਨੀ ਕਾਬੁਲ ਦੇ ਵਿੱਚ ਪਹੁੰਚ ਗਏ ਸੀ, ਜਿੱਥੇ ਉਹਨਾਂ ਨੇ ਜਿਹੜੇ ਅਮਰੀਕਨ ਟਰੂਪਸ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਤੇ ਹੁਣ 23 ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਪਹੁੰਚਦੇ ਆ। ਹੁਣ ਇਹ ਸਾਰੇ ਕੁਝ ਤੋਂ ਬਾਅਦ ਰੂਸ ਦਾ ਰਿਐਕਸ਼ਨ ਬੜਾ ਜ਼ਬਰਦਸਤ ਆ ਰਿਹਾ ਇਹਦੇ ਉੱਤੇ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਦੋਂ ਸਾਲ ਪੂਰਾ ਹੋਣਾ ਤੋਂ 3 ਦਿਨ ਪਹਿਲਾਂ। ਪੁਤਿਨ ਨੇ ਆਪਣਾ ਪੱਖ ਦੱਸਿਆ। ਉਹ ਕਹਿੰਦੇ ਅਸੀਂ ਸਾਰੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਕੀਤੀਆਂ ਵੀ ਇਹ ਲੜਾਈ ਨਾ ਲੜੀ ਜਾਵੇ, ਇਹ ਤੋਂ ਬਚਿਆ ਜਾਵੇ, ਪਰ ਨਾਟੋ ਤੇ ਅਮਰੀਕਾ ਨੇ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਹਨਾਂ ਨੇ ਸਿੱਧੀ ਗੱਲ ਕਹੀ ਹੈ ਕਿ ਸਾਡਾ ਯੂਕਰੇਨ ਦੇ ਨਾਲ ਰੌਲਾ ਨਹੀਂ ਆ, ਸਾਡਾ ਰੌਲਾ ਅਮਰੀਕਾ ਤੇ ਨਾਟੋ ਨਾਲ ਆ। ਯੂਕਰੇਨ ਦਾ ਵੀ ਸਾਡੇ ਨਾਲ ਰੌਲਾ ਨਹੀਂ ਆ। ਅਮਰੀਕਾ ਜਾਣਬੁੱਝ ਕੇ ਸਾਡੇ ਨਾਲ ਇਹਨਾਂ ਨੂੰ ਰਲਾ ਰਿਹਾ ਜਾਂ ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਆਪਣੀ ਬੰਦੂਕ ਚਲਾ ਰਿਹਾ। ਉਹ ਕਹਿੰਦੇ ਅਸੀਂ ਗੱਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਸੀ, ਪਰ ਜਿਹੜਾ ਇਹ ਨਹੀਂ ਕਰਨ ਦਿੱਤੇ। ਉਹ ਕਹਿੰਦੇ ਜਿਹੜਾ ਅਮਰੀਕਾ ਆ ਇਹ ਸਾਨੂੰ ਮਾਰਨ ਦੇ ਲਈ, ਸਾਡੇ ਨਾਲ ਲੜਨ ਲਈ ਯੂਕਰੇਨ ਨੂੰ ਲੌਂਗ ਰੇਂਜ ਡਿਫੈਂਸ ਸਿਸਟਮ ਦੇ ਰਿਹਾ ਹੈ। ਇਹਦੇ ਜਿਹੜਾ ਬਾਰਡਰ ਦੀ ਵਜ੍ਹਾ, ਉਹ ਕਹਿੰਦੇ ਜਦੋਂ ਇੰਨੇ ਹਥਿਆਰ ਯੂਕਰੇਨ ਨੂੰ ਪਹਿਲਾਂ ਦੇ ਚੁੱਕਾ ਆ, ਸਾਡੇ ਨਾਲ ਸਿੱਧੀ ਲੜਾਈ ਆ, ਬਾਰਡਰ ਦੇ ਉੱਤੇ ਸਾਨੂੰ ਖਤਰਾ ਆ, ਅਸੀਂ ਆਪਣੇ ਬਚਾਅ ਦੇ ਲਈ ਯੂਕਰੇਨ ਦੇ ਉੱਤੇ ਹਮਲਾ ਕੀਤਾ। ਅਮਰੀਕਾ ਉਹਦੇ ਸਾਥੀਆਂ ਦੇ ਨਾਲ ਜਿਹੜਾ ਇਹਨੇ ਵੀ ਜੇ ਰੌਲਾ ਸੀਗਾ ਵੀ ਰੂਸ ਨੇ ਇਹ ਕਿਹਾ ਵਲਾਦੀਮੀਰ ਪੁਤਿਨ ਨੇ ਕਿ ਸਾਡਾ ਤਾਂ ਯੂਕਰੇਨ ਦਾ ਸੀ, ਪਰ ਅਮਰੀਕਾ ਤੇ ਇਹਦੇ ਸਾਥੀਆਂ ਨੇ ਇਹਨੂੰ ਪੂਰੀ ਦੁਨੀਆ ਦਾ ਮਸਲਾ ਬਣਾ ਦਿੱਤਾ। ਵੈਸਟਰਨ ਪਾਵਰਸ, ਉਹਨਾਂ ਨੇ ਇਹ ਵਰਡ ਯੂਜ਼ ਕੀਤਾ ਕਿ ਵੈਸਟਰਨ ਪਾਵਰਸ ਦੀ ਵਜ੍ਹਾ ਕਰਕੇ ਇਹ ਜੰਗ ਸ਼ੁਰੂ ਹੋਈ ਆ ਤੇ ਇਸੇ ਕਰਕੇ ਜੰਗ ਜਿਹੜੀ ਹਜੇ ਤੱਕ ਚੱਲ ਰਹੀ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਹਰਾਉਣਾ ਅਸੰਭਵ ਆ, ਇੰਪੋਸੀਬਲ ਆ, ਇਹ ਭੁੱਲ ਜਾਓ ਕਿ ਤੁਸੀਂ ਸਾਨੂੰ ਕਦੇ ਵੀ ਹਰਾ ਸਕਦੇ ਆ। ਉਹ ਕਹਿੰਦੇ ਅਸੀਂ ਯੂਕਰੇਨ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਯੂਕਰੇਨ ਦੇ ਮੋਢੇ ਦੇ ਉੱਤੇ ਰੱਖ ਕੇ ਅਮਰੀਕਾ ਬੰਦੂਕ ਚਲਾ ਰਿਹਾ ਤੇ ਯੂਕਰੇਨ ਨੂੰ ਵੀ ਇਹ ਜਿਹੜਾ ਇਹ ਮੂਰਖ ਬਣਾ ਰਿਹਾ। ਤੇ ਕਹਿੰਦੇ ਸਾਨੂੰ ਜਿਹੜੇ ਉਹਨਾਂ ਨੇ ਸ਼ਬਦ ਵਰਤਿਆ ਕਿ ਸਾਨੂੰ ਆਪਣੇ ਦੇਸ਼ ਦੀ ਹਿਫਾਜ਼ਤ ਕਰਨੀ ਚੰਗੀ ਤਰ੍ਹਾਂ ਆਉਂਦੀ ਹੈ। ਅੱਗੇ ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਜੋ ਕੁਝ ਕਿਹਾ, ਇਹ ਸਪੀਚ ਦੱਸਦੇ ਆ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਸੁਣੀ ਆ ਪੂਰੀ ਦੀ ਪੂਰੀ ਸਪੀਚ ਪੋਲੈਂਡ ਦੇ ਵਿੱਚ ਬੈਠ ਕੇ, ਜਿਹਦੇ ਵਿੱਚ ਵਲਾਦੀਮੀਰ ਪੁਤਿਨ ਨੇ ਇਹ ਕਿਹਾ ਕਿ ਅਮਰੀਕਾ ਤੇ ਉਹਦੇ ਸਾਥੀ ਮਹਿਜ਼ ਆਪਣਾ ਦਬਦਬਾ ਬਣਾਉਣ ਦੀ ਖਾਤਰ ਦੂਜਿਆਂ ਨੂੰ ਮੋਹਰਾ ਬਣਾ ਰਹੇ।
ਜੰਗ ਦੇ ਜਿਹੜੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੇ ਵੈਸਟਰਨ ਪਾਵਰਸ ਨੇ ਇਹਨਾਂ ਨੇ ਇੱਕ ਵਾਰੀ ਇਹਨੂੰ ਭੂਤ ਨੂੰ ਬੋਤਲ ਦੇ ਵਿੱਚੋਂ ਬਾਹਰ ਕੱਢ ਲਿਆ ਤੇ ਹੁਣ ਇਹਨੂੰ ਇਹੀ ਬੋਤਲ ਦੇ ਵਿੱਚ ਵਾਪਸ ਪਾ ਸਕਦੇ ਆ ਕਿ ਅਸੀਂ ਸਿਰਫ ਆਪਣੀ ਹਿਫਾਜ਼ਤ ਕਰਨਾ ਚਾਹੁੰਦੇ ਆ। ਵੈਸਟਰਨ ਲੀਡਰਸ ਸਿਰਫ ਧੋਖੇਬਾਜ਼ੀ ਕਰਦੇ ਆ। ਇੱਥੋਂ ਤੱਕ ਕਿ ਜਿਹੜਾ ਡੋਨਾਬਸ ਇਲਾਕੇ ਦਾ ਮਾਮਲਾ ਆ ਉਹ ਕਹਿੰਦੇ ਅਸੀਂ ਪਹਿਲਾਂ ਹੀ ਇੱਥੇ ਸ਼ਾਂਤੀ ਨਾਲ ਇਹਨੂੰ ਹੱਲ ਕਰ ਲੈਣਾ ਚਾਹੁੰਦੇ ਸੀ, ਪਰ ਜਿਹੜੇ ਰੂਸ ਦੇ ਉੱਤੇ ਇਲਜ਼ਾਮ ਲਾਉਣ ਵਾਲੀਆਂ ਇਹ ਵੈਸਟਰਨ ਪਾਵਰਸ ਆ ਉਹਨਾਂ ਦਾ ਰੋਲ ਕੀ ਆ ਰਿਹਾ ਸਾਰੇ ਕੁਛ ਦੇ ਵਿੱਚ ਵੀ ਸਾਡੇ ਨਾਲ ਲਗਾਤਾਰ ਧੋਖਾ ਕੀਤਾ, ਝੂਠ ਬੋਲਿਆ। ਕਹਿੰਦੇ ਅਸੀਂ ਇਹ ਜਿਹੜੀ ਵੈਸਟਰਨ ਪਾਵਰਸ ਆ ਵਲਾਦੀਮੀਰ ਪੁਤਿਨ ਨੇ ਕਿਹਾ ਵੀ ਇਹ ਸਨਮਾਨ ਦੇਣਾ ਨਹੀਂ ਚਾਹੁੰਦੇ, ਪੂਰੀ ਦੁਨੀਆ ਦੇ ਉੱਤੇ ਜਿਹੜੇ ਉਹਨਾਂ ਨੇ ਸ਼ਬਦ ਵਰਤਿਆ ਕਿ ਥੁੱਕਣ ਦੀ ਕੋਸ਼ਿਸ਼ ਕਰਦੇ ਆ। ਇਹੀ ਤਰੀਕਾ ਉਹ ਕਹਿੰਦੇ ਜਨਤਾ ਜਿਹੜੇ ਇਹਨਾਂ ਦੇ ਆਪਣੇ ਦੇਸ਼ ਆ ਉਹਨਾਂ ਦੇ ਨਾਲ ਵੀ ਇਹੀ ਕਰਦੇ ਆ। ਅਮਰੀਕਾ ਦੇ ਸਾਥ ਨਾਲ ਜਿਹੜੀ ਪਰਮਾਣੂ ਸੰਧੀ ਸੀ ਉਹਨੂੰ ਵੀ ਖਤਮ ਕਰ ਦਿੱਤਾ ਇਹਨਾਂ ਨੇ। ਇਹ ਅੱਜ ਬਹੁਤ ਵੱਡੀ ਖਬਰ ਸੀ, ਐਲਾਨ ਕਰ ਦਿੱਤਾ ਉਹਨਾਂ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਹੜੀ ਆਖਰੀ ਮਿੰਟ ਸੀ ਉਹਨਾਂ ਦੇ ਭਾਸ਼ਣ ਦਾ, ਉਹਦੇ ਵਿੱਚ ਉਹ ਕਹਿੰਦੇ ਵੀ ਰੂਸ ਦੇ ਨਾਲ ਜਿਹੜੀ ਅਮਰੀਕਾ ਦੀ ਪਰਮਾਣੂ ਹਥਿਆਰਾਂ ਨੂੰ ਲੈ ਕੇ ਇੱਕ ਜਿਹੜੀ ਟ੍ਰੀਟੀ ਆ ਉਹਨੂੰ ਅਸੀਂ ਨਹੀਂ ਮੰਨਦੇ, ਅਸੀਂ ਇਹਨੂੰ ਖਤਮ ਕਰ ਦਿੱਤਾ। 5 ਫਰਵਰੀ 2011 ਨੂੰ ਰੂਸ ਤੇ ਅਮਰੀਕਾ ਦੇ ਵਿੱਚ ਇੱਕ ਨਿਊ ਸਟਾਰਟ ਟ੍ਰੀਟੀ ਲਾਗੂ ਕੀਤੀ ਗਈ ਸੀ। ਟ੍ਰੀਟੀ ਦਾ ਮਕਸਦ ਇਹ ਸੀ ਕਿ ਦੋਵੇਂ ਦੇਸ਼ ਪਰਮਾਣੂ ਹਥਿਆਰਾਂ ਨੂੰ ਸੀਮਿਤ ਕਰਨਗੇ, ਲਿਮਟਿਡ ਕਰਨਗੇ। ਦੋਨਾਂ ਦੇਸ਼ਾਂ ਨੇ ਫੈਸਲਾ ਕੀਤਾ ਸੀ ਕਿ ਇਹਨਾਂ ਦੇ ਕੋਲ 1550 ਤੋਂ ਜ਼ਿਆਦਾ ਪਰਮਾਣੂ ਹਥਿਆਰ ਤੇ 700 ਤੋਂ ਜ਼ਿਆਦਾ ਜਿਹੜੀਆਂ ਸਟ੍ਰੈਟੇਜਿਕ ਲਾਂਚਰ ਆ ਉਹ ਨਹੀਂ ਰੱਖਣਗੇ। ਇਹ 10 ਸਾਲ ਦੇ ਲਈ ਕੀਤੀ ਗਈ ਸੀ 11 ਦੇ ਵਿੱਚ, ਤੇ 2021 ਦੇ ਵਿੱਚ ਖਤਮ ਹੋ ਗਈ। 5 ਸਾਲਾਂ ਲਈ ਇਸ ਟ੍ਰੀਟੀ ਨੂੰ ਫੇਰ ਵਧਾ ਦਿੱਤਾ ਸੀ ਤੇ 2026 ਦੇ ਵਿੱਚ ਇਹਨੇ ਜਿਹੜਾ ਹੁਣ ਖਤਮ ਹੋ ਜਾਣਾ ਸੀ, ਪਰ ਰੂਸ ਨੇ ਇਹਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਤੇ ਇਸ ਮਾਮਲੇ ਦੇ ਉੱਤੇ ਵੀ ਹੁਣ ਬਹੁਤ ਜਿਹੜੇ ਦੁਨੀਆ ਦੇ ਲੀਡਰ ਨੇ ਉਹ ਚਿੰਤਾ ਕਰ ਰਹੇ ਆ ਕਿ ਇਹ ਜਿਹੜੀ ਟ੍ਰੀਟੀ ਖਤਮ ਹੋ ਗਈ ਆ ਇਹਦਾ ਮਤਲਬ ਕਿਤੇ ਬਰਬਾਦੀ ਤਾਂ ਨਹੀਂ ਦੁਨੀਆ ਦੀ। ਜਿਹੜੀ ਉਹਨਾਂ ਨੇ ਇਹ ਕਿਹਾ ਕਿ ਜੰਗ ਦੇ ਮੈਦਾਨ ਦੇ ਵਿੱਚ ਰੂਸ ਨੇ ਕਿਹਾ ਕਿ ਸਾਰੀ ਦੁਨੀਆ ਇਹ ਗੱਲ ਸਮਝ ਲਵੇ ਸਾਨੂੰ ਹਰਾਉਣਾ ਅਸੰਭਵ ਆ, ਇੰਪੋਸੀਬਲ। ਕਿ ਵੈਸਟਰਨ ਪਾਵਰਸ ਚਾਹੁੰਦੀਆਂ ਇਹ ਆ ਕਿ ਯੂਰਪ ਦੇ ਵਿੱਚ ਪੁਲਿਸ ਵਾਲਾ ਰੋਲ ਅਦਾ ਕਰਨ। ਉਹ ਕਹਿੰਦੇ ਅਸੀਂ ਆਪਣੇ ਬੱਚਿਆਂ 'ਤੇ ਕੋਈ ਖਤਰਾ ਨਹੀਂ ਆਉਣ ਦੇਣਾ। ਜਿਹੜੇ ਜਿੰਨਾ ਪੈਸਾ ਇਹ ਨੈਟੋ ਲਾ ਰਹੀ ਆ ਜਾਂ ਜਿਹੜਾ ਇਹਦੇ ਉੱਤੇ ਲਾਇਆ ਜਾ ਰਿਹਾ, ਔਰ ਇਹਦਾ ਹੁਣ ਜਵਾਬ ਇੱਧਰ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਦਿੱਤਾ, ਕਿਉਂਕਿ 1 ਘੰਟੇ ਦਾ ਇਹ ਭਾਸ਼ਣ ਸੀ ਤੇ ਉੱਥੇ ਪੋਲੈਂਡ ਦੇ ਵਿੱਚ ਵਾਰਸਾ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਮੌਜੂਦ ਸੀ। ਉੱਥੇ ਕਹਿੰਦੇ ਇਹਨਾਂ ਨੇ ਇਹ ਸਪੀਚ ਸੁਣੀ ਆ। ਤੇ ਇਹਦੇ ਤੋਂ ਬਾਅਦ ਹੁਣ ਜਦੋਂ ਇਹ ਦੇਖਦੇ ਆ ਕਿ ਸਾਲ ਪੂਰਾ ਹੋ ਗਿਆ ਲਗਭਗ ਇਸ ਲੜਾਈ ਨੂੰ, ਕੌਣ ਜਿੱਤਿਆ ਕੌਣ ਆ ਤੇ ਹਾਰਿਆ ਕੌਣ ਆ। ਜਿਹੜਾ ਰੂਸ ਦੇ ਕਹਿਣ ਦੇ ਮੁਤਾਬਕ ਕਿ ਕਦੇ ਇਰਾਕ ਆ, ਕਦੇ ਯੂਗੋਸਲਾਵੀਆ, ਕਦੇ ਸੀਰੀਆ, ਅਮਰੀਕਾ ਇਹਨਾਂ ਨੂੰ ਵਰਤ ਕੇ ਆਪਣਾ ਸਾਰਾ ਕੁਝ ਕਰ ਰਹੀ ਹੈ। ਤੇ ਹੁਣ ਅਗਲਾ ਇਹਨਾਂ ਦਾ ਨਿਸ਼ਾਨਾ ਵੀ ਇਹਨਾਂ ਦੇਸ਼ਾਂ ਨੂੰ ਉਹਨਾਂ ਨੇ ਤਬਾਹ ਕਰਤਾ, ਤੇ ਹੁਣ ਅਗਲਾ ਜਿਹੜਾ ਇਹਨਾਂ ਦਾ ਤਬਾਹ ਕਰਨ ਦਾ ਨਿਸ਼ਾਨਾ ਉਹ ਯੂਕਰੇਨ ਨੂੰ। ਹੁਣ ਇਹ ਸਾਰੇ ਕੁਝ ਦੇ ਵਿੱਚ ਜਦੋਂ ਇਹ ਦੇਖਿਆ ਜਾ ਰਿਹਾ ਵੀ ਇੱਥੇ ਹੈ ਕੀ ਆ, ਜਾਂ ਇਹਦਾ ਮਤਲਬ ਕਿਹਦੇ ਕੋਲ ਕਿੰਨਾ ਕੁ ਇਲਾਕਾ ਆ, ਨੁਕਸਾਨ ਦੋਹਾਂ ਦੇਸ਼ਾਂ ਦਾ ਇਨਫਰਾਸਟ੍ਰਕਚਰ ਦਾ, ਮਿਲਟਰੀ ਦਾ, ਇਕਵਿਪਮੈਂਟ ਦਾ ਸਾਰਾ ਕੁਝ ਤਬਾਹ ਹੋਇਆ। ਇਹਦੇ ਪੁਖਤਾ ਅੰਕੜੇ ਕਿਸੇ ਕੋਲ ਵੀ ਨਹੀਂ ਹੈ ਕਿ ਤਬਾਹੀ ਕਿੰਨੀ ਕੁ ਹੋ ਚੁੱਕੀ ਹੈ। ਦੁਨੀਆ ਯੂਕਰੇਨ ਦੀ ਤਾਰੀਫ ਕਰ ਰਹੀ ਆ ਕਿ ਉਹ ਜਿੱਦਾਂ ਵੱਡੇ ਦੇਸ਼ ਦੇ ਸਾਹਮਣੇ ਖੜਾ ਰਿਹਾ ਆ, ਤੇ ਦੂਜੇ ਪਾਸੇ ਰੂਸ ਇਹ ਕਹਿ ਰਿਹਾ ਹੈ ਕਿ ਇਹ ਅਮਰੀਕਾ ਦੀ ਜਾਣਬੁੱਝ ਕੇ ਸਾਡੇ ਨਾਲ ਲੜਾਈ ਹੈ। 363 ਦਿਨ ਤੋਂ ਬਾਅਦ ਜੇ ਦੇਖਣਾ ਹੋਵੇ ਕਿ ਰੂਸ ਨੂੰ ਮਿਲਿਆ ਕੀ ਆ, ਤਾਂ ਨਿਊਯਾਰਕ ਟਾਈਮ ਨੇ ਇਹਦੇ ਉੱਤੇ ਇੱਕ ਰਿਪੋਰਟ ਦਿੱਤੀ ਆ। ਜਿਹੜਾ ਰੂਸ ਨੇ ਕੀਤਾ ਕੀ ਆ, ਜਿਹੜਾ ਬਲੈਕ ਸੀ ਟ੍ਰੇਡ ਰੂਟ ਆ ਉਹਦੇ ਉੱਤੇ ਵੱਡੇ ਹਿੱਸੇ ਦੇ ਉੱਤੇ ਉਹਨੇ ਆਪਣਾ ਕਬਜ਼ਾ ਕਰ ਲਿਆ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਰੂਸ ਨੇ ਯੂਕਰੇਨ ਦੀ 18% ਜ਼ਮੀਨ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇਹ ਜ਼ਮੀਨ ਦੇ ਉੱਤੇ ਯੂਕਰੇਨ ਨੇ 6 ਵੱਡੇ ਸ਼ਹਿਰ ਨੇ ਯੂਕਰੇਨ ਦੇ ਉੱਥੇ, ਸੈਵਰੋਡਸਕ, ਡੋਨੇਟਸਕ, ਲੋਹਾਂਸਕ, ਜ਼ੈਪੋਰੀਜੀਆ ਤੇ ਮਰੀਉਪੋਲ ਤੇ ਮੈਲੀਟੋਪੋਲ। ਇਹਨਾਂ 6 ਯੂਕਰੇਨ ਦੀ ਇਕੋਨਮੀ ਜਿਹੜੀ ਆ ਸਾਰੀ ਇਹਨਾਂ 6 ਸ਼ਹਿਰਾਂ ਦੇ ਵਿੱਚ ਟਿਕੀ ਆ। ਹੁਣ ਲੰਬੇ ਸਮੇਂ ਤੱਕ ਉਹਦੇ ਸਾਹਮਣੇ ਟਿਕੇ ਰਹਿਣ ਦਾ ਇੱਕੋ ਇੱਕ ਕਾਰਨ ਆ ਕਿ ਅਮਰੀਕਾ ਉਹਨਾਂ ਦੀ ਮਦਦ ਕਰ ਰਿਹਾ। ਜਿਹੜੇ ਯੂਕਰੇਨ ਦੇ 6 ਸ਼ਹਿਰਾਂ ਦੇ ਉੱਤੇ ਕਬਜ਼ਾ ਕਰਕੇ ਰੂਸ ਨੇ ਸਿੱਧਾ ਉਹਨਾਂ ਨੂੰ ਕਹਿ ਦਿੱਤਾ ਕਿ ਸਾਨੂੰ ਰੋਕਣਾ ਮੁਸ਼ਕਲ ਆ। ਜਿਹੜੀ 2014 ਦੇ ਵਿੱਚ ਇੱਥੇ ਕ੍ਰੀਮੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਬਜ਼ਾ ਕੀਤਾ ਸੀ, ਜਿਹਦਾ ਪੱਛਮੀ ਦੇਸ਼ਾਂ ਨੇ ਵਿਰੋਧ ਵੀ ਕੀਤਾ ਸੀ, ਇਹਦੇ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਕ੍ਰੀਮੀਆ ਦੇ ਉੱਤੇ ਰੂਸ ਦਾ ਕਬਜ਼ਾ ਆ। ਹੁਣ ਜਿਹੜੇ 6 ਦੇ 6 ਸ਼ਹਿਰ ਨੇ, ਜਿਹੜਾ ਇਹਨਾਂ ਸਿਟੀਜ਼ ਨੂੰ ਸਮਝਣਾ ਹੋਵੇ, ਲੋਹਾਂਸਕ ਤੇ ਡੋਨੇਟਸਕ ਜਿਹੜੇ 2 ਬਹੁਤ ਮਹੱਤਵਪੂਰਨ ਸ਼ਹਿਰ ਨੇ, ਰੂਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੋਹਾਂਸਕ ਤੇ ਡੋਨੇਟਸਕ ਜਿਹੜੇ ਮਿਡਲ
ਏਸ਼ੀਆ ਦੇ US ਦੇ ਅਸਰ ਨੂੰ ਕਮਜ਼ੋਰ ਕਰਨ ਦੇ ਲਈ ਇੱਕ ਜ਼ਰੀਆ ਬਣਾਇਆ ਗਿਆ ਸੀ। ਇਹ ਦੋਨੋਂ ਜਿਹੜੀਆਂ ਸਟੇਟਸ ਨੇ ਨੈਟੋ ਦੇ ਖਿਲਾਫ ਜਿਹੜਾ ਪੁਤਿਨ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਉਹਦਾ ਹਥਿਆਰ ਹੋਣਗੀਆਂ। ਇੱਥੇ ਰਹਿਣ ਵਾਲੇ ਲਗਭਗ 3.6 ਮਿਲੀਅਨ ਲੋਕ ਨੇ, ਉਹਨਾਂ ਨੂੰ ਨੈਟੋ ਦੇ ਵਿਰੋਧ ਦੇ ਵਿੱਚ ਲਾਇਆ ਜਾ ਸਕਦਾ। ਡੋਨੈਟਸਕ ਦਾ ਨਾਮ ਪਹਿਲਾਂ ਸਟਾਲਿਨੋ ਸੀ। ਇਹਦੇ ਤੋਂ ਬਾਅਦ ਇੱਕ ਇੰਡਸਟਰੀਅਲ ਏਰੀਆ ਹੈ ਜਿੱਥੇ ਮਿਨਰਲ ਮਾਈਨਿੰਗ ਵਰਗੇ ਬਹੁਤ ਅੱਛੇ ਜਿਹੜੇ ਕੰਮ ਉੱਥੇ ਹੋ ਰਹੇ ਆ। ਚਾਰੇ ਪਾਸੇ ਦੇ ਜਵਾਲਾਮੁਖੀ ਆ। ਯੂਕਰੇਨ ਦਾ ਇਹ ਏਰੀਆ ਸਟੀਲ ਸੈਂਟਰ ਕਿਹਾ ਜਾਂਦਾ ਹੈ। 2 ਮਿਲੀਅਨ ਦੇ ਕਰੀਬ ਇੱਥੇ ਦੀ ਆਬਾਦੀ ਹੈ। ਲੁਹਾਂਸਕ ਦਾ ਨਾਮ ਪਹਿਲਾਂ ਵੋਰੋਸ਼ਲਿਵਗਾਰਡ ਸੀ ਤੇ ਹੁਣ ਇਹਦਾ ਨਾਮ ਲੁਹਾਂਸਕ ਆ। ਇੱਥੇ 1.5 ਮਿਲੀਅਨ ਲੋਕ ਰਹਿੰਦੇ ਆ। ਬਲੈਕ ਸੀ ਦੇ ਉੱਤਰੀ ਕਿਨਾਰਿਆਂ ਦੇ ਉੱਤੇ ਦੋਵੇਂ ਜਿਹੜੇ ਇਹ ਸਟੇਟਸ ਹੈਗੀਆਂ ਨੇ। ਮਾਰੀਆਪੋਲ ਯੂਕਰੇਨ ਦਾ ਉਹ ਸ਼ਹਿਰ ਆ ਜਿਹਦਾ ਬਾਰਡਰ ਰੂਸ ਦੇ ਕਾਫੀ ਨੇੜੇ ਆ। ਲੰਮੇ ਸਮੇਂ ਤੱਕ ਜਿਹੜੀ ਅਜੋਬ ਸੀ ਆ ਉਹਦੇ ਉੱਤੇ ਇਹ ਇੱਕ ਰਾਜਨੀਤਿਕ ਰੂਪ ਦੇ ਉੱਤੇ ਪੋਰਟ ਜਾਣੀ ਬੰਦਰਗਾਹ ਦੇ ਉੱਤੇ ਇਹ ਬਲੈਕ ਸੀ ਦੇ ਨਾਲ ਜੋੜਨ ਵਾਲਾ ਚੀਜ਼ ਰਿਹਾ ਹੈ। ਇਹ ਵੀ ਬਹੁਤ ਇੱਕ ਮਹੱਤਵਪੂਰਨ ਇਹਨਾਂ ਦਾ ਸ਼ਹਿਰ ਆ। ਇਸੇ ਤਰ੍ਹਾਂ ਜ਼ਪੋਰੀਜੀਆ ਇਹ ਹਿੱਸਾ ਰੂਸ ਦੇ ਲਈ ਰਾਜਨੀਤਿਕ ਰੂਪ ਦੇ ਵਿੱਚ ਬਹੁਤ ਮਹੱਤਵਪੂਰਨ ਆ। ਹਾਲਾਂਕਿ ਇਹ ਕ੍ਰੀਮੀਆ ਤੋਂ ਸਿਰਫ 200 ਕਿਲੋਮੀਟਰ ਦੂਰ ਆ। ਜ਼ਿਪੋਰੇਜੀਆ ਨੇ ਯੂਰਪ ਦੇ એનર્ਜੀ ਸਪਲਾਈ, ਸਾਰੇ ਯੂਰਪ ਨੂੰ ਇੱਥੋਂ એનર્ਜੀ ਸਪਲਾਈ ਕੀਤੀ ਜਾਂਦੀ ਹੈ। ਰੂਸ ਕਬਜ਼ਾ ਹੋਣ ਤੋਂ ਬਾਅਦ ਯੂਕਰੇਨ ਦੀ ਜਿਹੜੀ ਰੈਵਨਿਊ ਜਨਰੇਟ ਕਰਨ ਵਾਲੀਆਂ ਸਮੱਸਿਆਵਾਂ ਬਹੁਤੀਆਂ ਇਸ ਸ਼ਹਿਰ ਦੇ ਉੱਤੇ ਰੂਸ ਦੇ ਕਬਜ਼ੇ ਕਾਰਨ ਯੂਕਰੇਨ ਨੂੰ ਆ ਰਹੀਆਂ। ਇਕਨੋਮੀ ਇੱਥੋਂ ਖਤਰੇ ਦੇ ਵਿੱਚ ਇਹਦੇ ਕਬਜ਼ੇ ਤੋਂ ਬਾਅਦ ਉਹਨਾਂ ਦੇ ਵਿੱਚ ਆ ਜਾਊਗੀ। ਇਸੇ ਤਰ੍ਹਾਂ ਸੇਵਰੋਡੋਨੇਟਸਕ ਆ, ਇਸੇ ਤਰ੍ਹਾਂ ਜਿਹੜੇ ਬਾਕੀ ਸ਼ਹਿਰ ਨੇ ਮਲਿਓਟੋਪੋਲ ਆ। ਸੋ ਇਹਨਾਂ ਸ਼ਹਿਰਾਂ ਦੇ ਉੱਤੇ ਜਦੋਂ ਰੂਸ ਕਬਜ਼ਾ ਕਰ ਲੈਂਦਾ ਆ ਉਹਦੇ ਤੋਂ ਬਾਅਦ ਜਿਹੜਾ ਫੇਰ ਹੀ ਉਹਨਾਂ ਦਾ ਕੁਛ ਨਾ ਕੁਛ ਹੋ ਰਿਹਾ ਹੈ। ਤੇ ਇਸ ਵੇਲੇ ਬਹੁਤ ਮਹੱਤਵਪੂਰਨ ਪੜਾਅ ਦੇ ਉੱਤੇ ਇਹ ਲੜਾਈ ਖੜੀ ਆ। ਇੱਕ ਪਾਸੇ ਚੀਨ ਦੇ ਅਫੀਸ਼ੀਅਲ ਰੂਸ ਵਿਜ਼ਿਟ ਕਰ ਰਹੇ ਆ, ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਯੂਕਰੇਨ ਦੇ ਵਿੱਚ ਗਏ ਆ। 1 ਸਾਲ ਪੂਰਾ ਹੋਣ ਨੂੰ ਆ ਇਹ ਲੜਾਈ ਨੂੰ, ਤੇ ਇਸ ਮਾਮਲੇ ਦੇ ਉੱਤੇ ਦੁਨੀਆ ਦੀ ਨਿਗਾਹ ਇਸ ਪਾਸੇ ਲੱਗੀ ਆ। ਇਹ ਗੱਲ ਉਦੋਂ ਵੀ ਮਹੱਤਵਪੂਰਨ ਹੋ ਜਾਂਦੀ ਆ ਜਦੋਂ ਚੀਨ ਰੂਸ ਦੇ ਸਮਰਥਨ ਵਿੱਚ ਆ ਤੇ ਚੀਨ ਦਾ ਜਿਹੜਾ ਆਪਣਾ ਰੌਲਾ ਆ ਉਹਦਾ ਵੀ ਪੈਣ ਵਾਲਾ ਆ, ਤੇ ਉੱਥੇ ਫੇਰ ਉਹਨਾਂ ਦੀ ਜਿਹੜੀ ਸਪੋਰਟ ਕਰਨ ਦੇ ਲਈ ਜਿਹੜਾ ਆਪਣੇ ਅਮਰੀਕਾ ਆ ਉਹ ਫਿਲੀਪੀਨ ਤੇ ਉਹਦੇ ਨੇੜੇ ਤੇੜੇ ਟਾਪੂਆਂ ਦੇ ਉੱਤੇ ਆਪਣਾ ਅੱਡਾ ਬਣਾ ਰਿਹਾ ਆ। ਇਸ ਵੇਲੇ ਇਹ ਦੁਨੀਆ ਦੀ ਨਿਗਾਹ ਇਸ ਪਾਸੇ ਟਿਕੀ ਆ। ਲੜਾਈ ਕਦੋਂ ਖਤਮ ਹੁੰਦੀ ਆ? ਸਾਲ ਤੋਂ ਬਾਅਦ ਹੀ ਖਤਮ ਹੋ ਜੇ, ਪਰ ਇਸ ਲੜਾਈ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਪਿਆ ਆ। ਮਹਿੰਗਾਈ ਤੇ ਹੋਰ ਸਾਰਾ ਕੁਝ ਉਹਦੇ ਲਈ ਇਹ ਜ਼ਿੰਮੇਵਾਰ ਦੱਸੀ ਜਾ ਰਹੀ। ਅਮਰੀਕਾ ਦੇ ਵਿੱਚ ਹਥਿਆਰਾਂ ਨਾਲ ਜਿਹੜੀ ਜੋ ਕੁਛ ਹੁੰਦਾ ਉਹਦੇ ਬਾਰੇ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ। ਬਹੁਤ ਸਾਰੀਆਂ ਸ਼ੂਟਿੰਗਸ ਉੱਥੇ ਪੁਲਿਸ ਦੇ ਹੱਥੋਂ ਹੁੰਦੀਆਂ ਦੇਸ਼ ਦੇ ਵਿੱਚ, ਔਰ ਇਹ ਗਿਣਤੀ ਜਿਹੜੀ ਫੈਡਰਲ ਪੁਲਿਸ ਸ਼ੂਟਿੰਗਸ ਆ ਇਹਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। 10,096 ਲੋਕ ਕਹਿੰਦੇ ਮਾਰੇ ਗਏ ਆ, ਜਿਹਦੇ ਵਿੱਚ ਇੱਕ 2 ਸਾਲ ਦੀ ਬੱਚੀ ਵੀ ਸ਼ਾਮਲ ਸੀ ਪਿਛਲੇ ਸਾਲ। ਸੋ ਅੰਕੜਾ ਲਗਾਤਾਰ ਵੱਧਦਾ ਆ ਰਿਹਾ। ਪਿਛਲੇ ਸਾਲ ਜਿਹੜੇ ਬਹੁਤੇ ਇੰਸੀਡੈਂਟ ਸੀਗੇ ਉਹ ਵਾਸ਼ਿੰਗਟਨ ਦੇ ਜਿਹੜੀ ਉੱਥੇ ਉਹਨਾਂ ਨੂੰ ਟਰੈਕ ਕਰਨਾ ਜਦੋਂ ਵਾਸ਼ਿੰਗਟਨ ਪੋਸਟ ਨੇ ਸ਼ੁਰੂ ਕੀਤਾ ਸੀਗਾ ਤਾਂ ਡਾਟਾਬੇਸ ਇੱਕ ਬਣਾਇਆ ਸੀ 2015 ਦੇ ਵਿੱਚ, ਤੇ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੂੰ ਲਗਾਤਾਰ ਟਰੇਸ ਕੀਤਾ ਤਾਂ ਹੁਣ ਜਿਹੜਾ ਆ ਇਹ ਪਤਾ ਲੱਗਿਆ ਜਦੋਂ ਜਿਹੜਾ ਇਹਨਾਂ ਨੇ ਇਹ 2015 ਦੇ ਵਿੱਚ ਜਦੋਂ ਫਰਗੂਸਨ ਦੇ ਵਿੱਚ ਇੱਕ ਮਾਈਕਲ ਬਰਾਊਨ ਨਾਂ ਦੇ ਕਾਲੇ ਮੂਲ ਦੇ ਟੀਨਏਜਰ ਨੂੰ ਪੁਲਿਸ ਨੇ ਮਾਰਤਾ ਸੀ, ਉਹਦੇ ਤੋਂ ਬਾਅਦ ਇਹਦਾ ਫਿਰ ਡਾਟਾ ਰੱਖਣਾ ਸ਼ੁਰੂ ਕੀਤਾ ਸੀ। ਤੇ 2022 ਦੇ ਵਿੱਚ 15 ਦਿਨ ਇੱਦਾਂ ਦੇ ਲੰਘੇ ਆ ਸਿਰਫ ਜਦੋਂ ਪੁਲਿਸ ਨੇ ਸ਼ੂਟਿੰਗ ਨਾ ਕੀਤੀ ਹੋਵੇ ਜਾਂ ਕੋਈ ਬੰਦਾ ਨਾ ਮਰਿਆ ਹੋਵੇ। 17 ਤੋਂ ਬਾਅਦ ਇਹ ਨੰਬਰ ਲਗਾਤਾਰ ਵੱਧਦਾ ਗਿਆ ਹੈ। ਜਿਹੜਾ ਕ੍ਰਿਮਨੋਲੋਜਿਸਟ ਨੇ ਜਿਹੜੇ ਉਹ ਦੱਸ ਰਹੇ ਆ ਕਿ ਇਸ ਡਾਟੇ ਨੂੰ ਜ਼ਿਆਦਾ ਸਮਝਣ ਦੀ ਲੋੜ ਆ। ਇਹ ਸਮਝਣਾ ਮੁਸ਼ਕਿਲ ਆ ਕਿ ਇਹ ਮੀਨਿੰਗਫੁੱਲ ਵਾਧਾ ਹੋਇਆ ਜਾਂ ਰੈਂਡਮ ਆ। ਵੀ ਪੁਲਿਸ ਕਿਸੇ ਨੂੰ ਵੈਸੇ ਤਾਂ ਗੋਲੀ ਮਾਰ ਨਹੀਂ ਦਿੰਦੀ, ਕੋਈ ਨਾ ਕੋਈ ਗੱਲ ਤਾਂ ਹੁੰਦੀ ਆ ਵੀ ਇਹਨੂੰ ਸਮਝਿਆ ਕਿ ਇਸ ਤਰੀਕੇ ਨਾਲ ਜਾਵੇ। ਪਰ ਜੋ ਵੀ ਕਾਰਨ ਆ, ਪੁਲਿਸ ਦੇ ਹੱਥੋਂ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲ ਲਗਾਤਾਰ ਵਾਧਾ ਹੋਇਆ ਆ 2022 ਦੇ ਵਿੱਚ ਪਹਿਲੇ ਸਾਲਾਂ ਦੇ ਮੁਕਾਬਲੇ। ਤੇ ਇਹ ਜਿਹੜੇ ਆਫੀਸਰਸ ਨੇ ਉਹਨਾਂ ਨੇ 90 ਹੋਰ ਜਣੇ ਜਿਹੜੇ ਹਰ ਮਹੀਨੇ ਉਹ ਮਰੇ ਆ। ਟੈਲੀ ਹੌਲੀ ਹੌਲੀ ਕਾਫੀ ਜ਼ਿਆਦਾ ਗੁਣਾ ਵੱਧਦੀ ਜਾ ਰਹੇ ਆ।
18,000 ਪੁਲਿਸ ਡਿਪਾਰਟਮੈਂਟ ਨੇਸ਼ਨ ਵਾਈਡ ਹੈਗੇ ਨੇ ਤੇ ਸਾਰਿਆਂ ਨੂੰ ਪਿੰਨ ਪੁਆਇੰਟ ਕਰਨਾ ਕਿਸੇ ਵੀ ਇੱਕ ਕਾਰਨ ਨੂੰ ਕਹਿੰਦੇ ਬਹੁਤ ਔਖਾ ਆ ਵੀ ਇਹ ਵਾਧਾ ਕਿਉਂ ਹੈਗਾ ਆ। ਤੇ 49 ਪੁਲਿਸ ਅਫਸਰ ਪਿਛਲੇ ਸਾਲ ਜਿਹੜੇ ਪੁਲਿਸ ਵਾਲੇ ਸੀਗੇ ਉਹ ਇਨ ਦ ਲਾਈਨ ਆਫ ਡਿਊਟੀ ਮਾਰੇ ਗਏ ਆ ਤੇ 61 ਉਹਦੇ ਤੋਂ 1 ਸਾਲ ਪਹਿਲਾਂ ਸੀ। FBI ਦਾ ਡਾਟਾ ਇਹ ਵੀ ਦੱਸ ਰਿਹਾ ਹੈ। ਸੋ ਇਹ ਗੱਲ ਅਮਰੀਕਾ ਦੇ ਲਈ ਮੰਦਭਾਗੀ ਹੈ ਕਿ ਉੱਥੇ ਪੁਲਿਸ ਦੇ ਹੱਥੋਂ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੇ ਕੁਝ ਨਵੇਂ ਮੁੱਦਿਆਂ ਦੇ ਨਾਲ।